क्यों सर। जी माशाल्लाह जनाब भाई साहब माशाल्लाह जी बहुत खुशी हुई है ਤੁਹਾਡੇ ਇਹ ਆਵਾਜ਼ ਸੁਣ ਕੇ बहुत शुक्रिया। ਤੇ ਤੁਹਾਡਾ ਪ੍ਰੋਗਰਾਮ ਅਸੀਂ ਰੋਜ਼ ਦੇਖਦੇ ਹਾਂ ਬੜਾ ਇਨਫੋਰਮੇਟਿਵ ਪ੍ਰੋਗਰਾਮ ਹੈ ਮਾਸ਼ਾल्लाह ਕੀਪ ਇਟ ਅਪ ਤੇ चलो। ਤੁਸੀਂ ਜਿਸ ਤਰ੍ਹਾਂ ਕਿਹਾ ਕਿ ਅਸੀਂ ਵੀ ਥੋੜੀ ਜੀ ਆਪਣੀ ਇਨਪੁਟ ਦੇਣਾ ਚਾਹੀਏ ਤੇ ਦੇ ਦਈਏ। हाँ जी, दियो जरूर दियो। ਅੱਛਾ ਜੀ ਅਸੀਂ ਬੇਸਿਕਲੀ ਮੌਂਟਰੀਅਲ ਕੈਨੇਡਾ ਵਿੱਚ ਰਹਿੰਦੇ ਹਾਂ। जी। ਆਲਮੋਸਟ 90% ਫੈਮਿਲੀ ਇੱਥੇ ਮੂਵ ਕਰ ਗਈ ਹੋਈ ਹੈ ਤਕਰੀਬਨ 40 ਸਾਲ ਤੋਂ। अच्छा। ਤੇ ਸਾਡੀ ਅੱਧੀ ਫੈਮਿਲੀ ਸਮਝੋ ਸਮਝੋ 20-25% ਜਿਹੜੀ ਹੈ ਲਾਹੌਰ ਵਿੱਚ ਹੀ ਰਹਿੰਦੀ ਹੈ। ठीक। ਤੇ ਅਸੀਂ ਹਰ ਦੂਸਰੇ ਸਾਲ ਲਾਹੌਰ ਜਾਂਦੇ ਆ ਉੱਥੇ ਹੀ ਘੁੰਮਦੇ ਫਿਰਨੇ ਆ ਉੱਥੇ ਘਰ ਵੀ ਗਏ ਨੇ। ਤੇ ਬੇਸਿਕਲੀ ਜਿਸ ਤਰ੍ਹਾਂ ਤੁਸੀਂ ਕਿਹਾ ਜੀ ਕਿ ਆਪਣਾ ਗਲਤੀ ਕਿੱਥੇ ਹੋਈ ਹੈ ਤੇ ਉਹਦੇ ਚ ਅਸੀਂ ਥੋੜੀ ਆਪਣੀ ਇਨਪੁਟ ਦੇਣਾ ਚਾਹੁੰਦੇ ਆ जी जी दियो। ਕਿ ਬੇਸਿਕਲੀ ਗਲਤੀ ਜਿਹੜੀ ਹੈ ਉਹ ਪਾਕਿਸਤਾਨ ਬਣਨ ਚ ਹੋਈ ਹੈ। ਕਿ ਪਾਕਿਸਤਾਨ ਜਦੋਂ ਬਣਿਆ ਨਾ जी। ਤੇ ਪਾਕਿਸਤਾਨ ਦਾ ਖਮੀਰ ਜਿਹੜਾ ਨਾ ਖਮੀਰ ਹਰ ਨੇਸ਼ਨ ਦਾ ਇੱਕ ਖਮੀਰ ਹੁੰਦਾ ਨਾ ਇੱਕ ਬਾਟਮ ਲਾਈਨ ਹੁੰਦੀ ਹੈ जी। ਤੇ ਉਹਦਾ ਖਮੀਰ ਮੁਨਾਫਕਤ ਝੂਠ ਤੇ ਗੁੰਡਾਗਰਦੀ ਤੇ ਬਣਿਆ ਸੀ। ਜੇ ਤੁਸੀਂ ਇਹ ਤਿੰਨ ਮਸਾਲੇ ਸਾਹਮਣੇ ਰੱਖੋ ਨਾ ਮੁਨਾਫਕਤ ਝੂਠ ਤੇ ਗੁੰਡਾਗਰਦੀ जी। ਤੇ ਤੁਹਾਨੂੰ ਹਰ ਐਕਸ਼ਨ ਜਿਹੜਾ ਨਾ ਹਕੂਮਤ ਦਾ ਤੇ ਗਵਰਨਮੈਂਟ ਡਿਪਾਰਟਮੈਂਟ ਦਾ ਜਾਂ ਫੌਜ ਦਾ ਹਰ ਐਕਸ਼ਨ ਜਿਹੜਾ ਪਿਛੇ 75 ਸਾਲਾਂ ਚ ਤੁਹਾਨੂੰ ਇਹੋ ਹੀ ਨਜ਼ਰ ਆਏਗਾ ਕਿ ਜਿਹਦੇ ਕੀਸੇ 'ਚ ਪੈਸਾ ਹੈ ਜਾਗੀਰਦਾਰ ਹੈਗਾ ਜ਼ਿੰਮੇਦਾਰ ਹੈਗਾ ਫੌਜ ਹੈ ਜਿਹਦੇ ਹੱਥ 'ਚ ਬੰਦੂਕ ਹੈ ਉਹ ਸਭ ਤੋਂ ਵੱਡਾ ਗੁੰਡਾ ਹੈ। ਤੇ ਜਿਹੜਾ ਗੁੰਡਾ ਹੈ ਤੇ ਉਹ ਕਹਿੰਦਾ ਜੀ ਸਭ ਤੋਂ ਵੱਡਾ ਕਬਜ਼ਾ ਗਰੁੱਪ ਮੈਂ ਹੈਗਾ। हाँ जी। ਮੈਂ ਜੋ ਮੈਂ ਕਹਾਂਗਾ ਉਹ ਹੀ ਹੋਏਗਾ ਐਸ ਖਿੱਤੇ ਜਾਂ ਐਸ ਪਿੰਡ ਵਿੱਚ ਜਾਂ ਐਸ ਮੁਲਕ ਵਿੱਚ ਜਾਂ ਐਸ ਸ਼ਹਿਰ ਵਿੱਚ ਜਾਂ ਐਸ ਥਾਣੇ ਵਿੱਚ। ਤੇ ਇਸ ਵਾਸਤੇ ਤੁਸੀਂ ਜਦੋਂ ਵੀ ਐਨਾਲਾਈਜ਼ ਕਰੋ ਤੇ ਗਲਤੀ ਉੱਥੇ ਹੀ ਹੈ ਕਿ ਕੌਮ ਦਾ ਸਾਡਾ ਖਮੀਰ ਹੀ ਮੁਨਾਫਕਤ ਹੈਗਾ। ਅਸੀਂ ਇੰਨੇ ਵੱਡੇ ਝੂਠੇ ਆ ਕਿ ਅਸੀਂ ਆਪਣੇ ਆਪ ਨਾਲ ਵੀ ਝੂਠ ਬੋਲਨੇ ਆ। ਮੈਂ ਤੁਹਾਨੂੰ ਯਕੀਨ ਕਰਾਂ ਕਿ ਜਿਹੜਾ ਥੋੜੀ ਬਹੁਤਾ ਈਮਾਨ ਹੈਗਾ ਸੀ ਉਹ ਸਾਡਾ ਈਮਾਨ ਉਲਮਾ ਤੇ ਮੌਲਵੀਆਂ ਨੇ ਮਾਰ ਛੱਡਿਆ। ਮੈਂ ਤੁਹਾਨੂੰ ਮਿਸਾਲ ਦੇਣਾ ਜੀ ਕਿ ਕਿੰਨਾ ਪਾਕਿਸਤਾਨੀ ਹੱਜ ਕਰਨ ਜਾਂਦਾ ਹਰ ਸਾਲ। ਤੇ ਇਹ ਜਿੰਨੀ ਗਵਰਨਮੈਂਟ ਹੈਗੀ ਹੈ ਹੁਣੇ ਜਿਹੜੀ ਗਵਰਨਮੈਂਟ ਆਈ ਹੈ ਸ਼ਹਬਾਜ਼ ਸ਼ਰੀਫ ਨਵਾਜ਼ ਸ਼ਰੀਫ ਐਂਡ ਪਾਰਟੀ जी। ਸਭ ਤੋਂ ਪਹਿਲੇ ਉਮਰਾ ਕਰਨ ਗਏ ਨੇ। हाँ जी। ਹਾਂਜੀ ਤੇ ਉਸ ਤੋਂ ਇਹਨਾਂ ਦੇ ਈਮਾਨ ਦਾ ਅੰਦਾਜ਼ਾ ਲਗਾਓ ਕਿ ਜਿਹੜੇ ਮੌਲਵੀ ਨੇ ਨਾ ਸਾਡੇ ਪਾਕਿਸਤਾਨ ਦੇ ਉਲਮਾ ਜਦੋਂ ਪਾਕਿਸਤਾਨ ਬਣਿਆ ਤੇ ਇਹਨਾਂ ਜਗੀਰਦਾਰਾਂ ਦੇ ਨਵਾਬਾਂ ਨੇ ਜਿਨ੍ਹਾਂ ਨੇ ਪਾਕਿਸਤਾਨ ਬਣਾਇਆ ਸੀ ਉਹਨਾਂ ਨੇ ਆਵਾਮ ਗਰੀਬ ਤੇ ਮਿਡਲ ਕਲਾਸ ਮੁਸਲਮਾਨਾਂ ਨਾਲ ਧੋਖਾ ਕੀਤਾ ਸੀ ਝੂਠ ਬੋਲਿਆ ਸੀ। ਉਹਨਾਂ ਨੇ ਧੋਖਾ ਕੀਤਾ ਹੈ। ਪਾਕਿਸਤਾਨ ਉਹਨਾਂ ਨੇ ਆਪਣੀ ਜਿਹੜੀ ਚੌਧਰਾਹਟ ਕਾਇਮ ਰੱਖਣ ਨਹੀਂ ਬਣਾਇਆ ਸੀ ਕਿਉਂਕਿ ਨਹਿਰੂ ਦੇ ਕਾਂਗਰਸ ਨੇ ਡਿਕਲੇਅਰ ਕਰ ਦਿੱਤਾ ਸੀ ਕਿ ਅਸੀਂ ਲੈਂਡ ਰਿਫਾਰਮ ਕਰਾਂਗੇ ਤੇ ਨਵਾਬੀਅਤ ਤੇ ਜਗੀਰਦਾਰੀ ਖਤਮ ਕਰ ਦਿਆਂਗੇ। ਤੇ ਉਹਨਾਂ ਨੇ ਕਿਹਾ ਓਏ ਸਾਡੀ ਤੇ ਨਵਾਬੀ ਖਤਮ ਹੋ ਜਾਏਗੀ ਸਾਡੀ ਤੇ ਚੌਧਰਾਹਟ ਖਤਮ ਹੋ ਜਾਏਗੀ ਤੇ ਇਹਨੂੰ ਵਿੱਚੋਂ ਲਈ ਕੱਟੋ ਤੇ ਆਪਣਾ ਅਲੱਗਾ ਕਰੋ ਮਹੱਲਾ। ਤੇ ਉਹ ਹੀ ਹੋਇਆ ਤੇ ਗਰੀਬ ਤੇ ਮਿਡਲ ਕਲਾਸ ਤੇ ਪਿਸ ਗਈ ਨਾ ਉੱਥੇ ਵੀ ਪਿਸ ਗਈ ਇੱਥੇ ਵੀ ਪਿਸ ਗਈ। ਤੇ ਇਹਨਾਂ ਨਾਲ ਹੁਣ ਤੁਸੀਂ ਦੇਖੋ ਉੱਤੇ ਸੋਨੇ ਤੇ ਸੁਹਾਗਾ ਇਹਨਾਂ ਨੇ ਸਾਰੇ ਉਲਮਾ ਖਰੀਦ ਦਿੱਤੇ ਬਕਾਇਦਾ ਪਾਕਿਸਤਾਨ ਬੰਦੇ ਹੀ ਕਿਉਂਕਿ ਜਦੋਂ ਜਿਨ੍ਹਾਂ ਸਾਹਿਬ ਨੇ ਲੈਂਡ ਰਿਫਾਰਮ ਅਨਾਉਂਸ ਕੀਤੀ ਸੀ ਤੇ ਡੌਨ ਤੇ ਕਰਾਚੀ ਦੇ ਅਖਬਾਰ ਵਿੱਚ ਪੂਰੇ ਫੁੱਲ ਪੇਜ ਤੇ 100 ਉਲਮਾ ਨੇ ਦਸਤਖਤ ਕਰਕੇ ਉਹਨੂੰ ਨਫੀ ਕੀਤਾ ਸੀ ਕਿ ਇਸਲਾਮ ਦੇ ਖਿਲਾਫ ਹੈਗਾ ਤੁਸੀਂ ਲੈਂਡ ਰਿਫਾਰਮ ਨਹੀਂ ਕਰ ਸਕਦੇ ਜੀ। ਤੇ ਉਹਨਾਂ ਨੇ ਮੱਤ ਮਾਰ ਛੱਡੀ। ਉਸ ਤੋਂ ਬਾਅਦ ਉਹਨਾਂ ਨੇ ਉਲਮਾ ਨੂੰ ਜਗੀਰਦਾਰਾਂ ਨੇ ਖਰੀਦ ਲਿਆ। ਹਾਂਜੀ। ਤੇ ਉਲਮਾ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਜੋ ਮਰਜ਼ੀ ਕਰੋ ਸਾਲ ਦੇ ਐਂਡ ਤੇ ਜਾ ਕੇ 7 ਚੱਕਰ ਕਾਬੇ ਨੇ ਲਗਾ ਲੈਣਾ ਤੇ ਸਲੇਟ ਸਾਫ਼ ਹੋ ਜਾਏਗੀ। ਅੱਛਾ। ਤੇ ਵਾਪਸ ਆ ਕੇ ਫਿਰ ਸਟਾਰਟ ਹੋ ਜਾਣਾ। ਤੇ ਇਹ ਪੂਰੀ ਕੌਮ ਇਹ ਕਰਦੀ ਪਈ ਹੈ ਖਾਲੀ ਇਹ ਸ਼ਹਬਾਜ਼ ਸ਼ਰੀਫ ਨਵਾਜ਼ ਸ਼ਰੀਫ ਨਹੀਂ ਕਰਦੇ ਪਏ ਸਾਰੀ ਕੌਮ ਇਹ ਕਰਦੀ ਪਈ ਹੈ। अच्छा एक सवाल है खत्म हो गया। एक सवाल है बड़ी अच्छी तुसी गल की थी मैं क्या तुहानू पुछ लेने आ
ਪਾਕਿਸਤਾਨ 'ਚ ਸਭ ਤੋਂ ਜ਼ਿਆਦਾ ਲੋਕੀ ਹੱਜ ਤੇ ਜਾਂਦੇ ਨੇ ਜੀ ਜਿਹੜੇ ਮੁਸਲਮਾਨ ਮਮਾਲਕ ਨੇ। ਮੇਰਾ ਜਿੱਥੇ ਜੀ ਆਪਣੀ ਜਿਹੜੀ ਮੇਰੀ ਇਨਫੋਰਮੇਸ਼ਨ ਹੈ, ਕਾਫੀ ਭਾਰੀ ਤਾਦਾਦ 'ਚ ਜਿਹੜੇ ਪਾਕਿਸਤਾਨੀ ਹੱਜ 'ਚ ਸ਼ਾਮਲ ਹੁੰਦੇ ਨੇ ਜਾ ਕੇ। ਜੀ ਕਿਆ ਇਹ ਹੱਜ ਕਰਨ ਤੋਂ ਬਾਅਦ ਕੋਈ ਹਾਜੀਆਂ ਵਾਲਾ ਕੰਮ ਵੀ ਕਰਦੇ ਨੇ? ਸਰ ਮੈਂ ਤੁਹਾਨੂੰ ਦੱਸਿਆ ਤੇ ਹੈਗਾ ਨਾ ਕਿ ਇਹ ਜਿਹੜੇ ਮੌਲਵੀ ਨੇ ਨਾ, ਪਾਕਿਸਤਾਨ ਦੇ ਉਲਮਾ, ਇੰਡੋ ਪਾਕਿਸਤਾਨ ਦੇ ਉਲਮਾ, ਉਹਨਾਂ ਨੇ ਸਾਡਾ ਈਮਾਨ ਹੀ ਬਦਲ ਦਿੱਤਾ ਹੈ। ਜਿਹੜਾ ਬਾਟਮ ਲਾਈਨ ਹੈਗੀ ਨਾ ਸਾਡੀ, ਉਹ ਮੁਨਾਫਕਤ ਹੈ, ਝੂਠ ਤੇ ਧੋਖਾ ਹੈ। ਤੇ ਉਹਨਾਂ ਨੇ ਕਿਹਾ ਨਹੀਂ ਕਿ ਤੁਸੀਂ ਜੋ ਮਰਜ਼ੀ ਕਰੋ, ਤੇ ਸਾਲ ਦੇ ਐਂਡ ਤੇ ਚਲੇ ਜਾਣਾ, ਜਾ ਕੇ ਸਾਡੇ ਚੱਕਰ ਲਗਾ ਲੈਣਾ, ਸਲੇਟ ਸਾਫ਼ ਹੋ ਜਾਏਗੀ। ਹੁਣ ਮੈਂ ਤੁਹਾਨੂੰ ਛੋਟੀ ਜਿਹੀ ਮਿਸਾਲ ਦੇਣਾ, ਬੜੀ ਛੋਟੀ ਜਿਹੀ ਮਿਸਾਲ। ਅਮਰੀਕਾ ਤੋਂ ਇੱਕ ਫੈਮਿਲੀ ਗਈ ਔਰ ਇਸਲਾਮਾਬਾਦ, ਅੱਛਾ, ਉਹ ਅੱਗੇ ਨਾਰਥ ਦੇ ਹੈਗੇ ਸਨ ਜੀ। ਉਹ ਫੈਮਿਲੀ ਕਾਫੀ ਅਮੀਰ ਸੀ। ਉਹਦੇ ਨਾਲ ਉਹਦਾ ਪੁੱਤਰ ਹੈਗਾ ਸੀ 12 ਸਾਲ ਦਾ। ਅੱਛਾ, ਉਹ 12 ਸਾਲ ਦਾ ਪੁੱਤਰ ਉਹਨਾਂ ਨੇ ਅਗਵਾ ਕਰ ਲਿਆ। ਉੱਥੇ ਉਹਨੂੰ ਪੁੱਤਰ ਨੂੰ ਅਗਵਾ ਕਰ ਲਿਆ ਜੀ, ਤੇ ਕਰਕੇ ਉਹਨੂੰ ਕਿਹਾ ਜੀ ਕਿ $1,00,000 ਲੈ ਕੇ ਆ ਤੇ ਗੁੰਡਾ ਲੈ ਜਾ। ਠੀਕ। ਉਹਨੇ ਕਿਹਾ ਜੀ ਠੀਕ ਹੈ। ਉਹਦੇ ਕੋਲ ਪੈਸੇ ਹੈਗੇ ਸਨ। ਉਹਨੇ ਕਿਹਾ ਜੀ ਪਰ ਸ਼ਰਤ ਹੈ ਇਹ ਕਿ ਤੁਸੀਂ ਮੈਨੂੰ ਮੁੰਡਾ ਇਸਲਾਮਾਬਾਦ 에ਅਰਪੋਰਟ ਦੇ ਅੰਦਰ ਜਿਹੜਾ ਡਿਪਾਰਚਰ ਲਾਉਂਜ ਚ ਦਿਓਗੇ। ਅੱਛਾ, ਇਮੀਗ੍ਰੇਸ਼ਨ ਕਲੀਅਰ ਕਰਾ ਕੇ ਅੰਦਰ, ਜਿੱਥੋਂ ਫੈਮਿਲੀ ਨੇ ਜਿਸ ਪਲੇਨ ਤੇ ਚੜਨਾ। ਉਹਨੇ ਕਿਹਾ ਠੀਕ ਹੈ। ਉਹ ਜੀ ਉਹ ਆਪਣਾ ਮੁੰਡਾ ਲੈ ਕੇ ਤੇ ਅੰਦਰ ਪਹੁੰਚ ਗਏ। ਉਹਨਾਂ ਨੇ ਬੰਦਾ ਬਰੀਫ ਕੇਸ ਖੋਲਿਆ, $1,00,000 ਪਿਆ ਜੀ। ਉਹਨਾਂ ਨੇ ਮੁੰਡਾ ਉਹਦੇ ਹਵਾਲੇ ਕਰ ਦਿੱਤਾ। ਤੇ ਉਹ ਜਿਹੜੇ ਖਾਨ ਸਾਹਿਬ ਸਨ, ਉਹ ਬਰੀਫ ਕੇਸ ਆਪਣੇ ਬੰਦੇ ਨੂੰ ਦੇ ਕੇ ਤੇ ਨਮਾਜ਼ ਦਾ ਟਾਈਮ ਹੋਇਆ ਸੀ ਤੇ ਉਹ ਮਸਲੇ ਤੇ ਬਹਿ ਕੇ ਨਮਾਜ਼ ਪੜ੍ਹਨ ਲੱਗ ਪਏ। ਤੇ ਉਹ ਬੰਦਾ ਵੇਟ ਕਰਦਾ ਰਿਹਾ। ਉਹਨੇ ਕਿਹਾ, ਉਹ ਹੈਰਾਨ ਹੋ ਕੇ ਦੇਖਦਾ ਰਿਹਾ ਕਿ ਇਹ ਕੀ ਕਰਦਾ ਪਿਆ। ਉਹਨੇ ਨਮਾਜ਼ ਜਦੋਂ ਸਲਾਮ ਫੇਰਿਆ, ਉਹਨੇ ਖਾਲਸਾ ਨੂੰ ਪੁੱਛਿਆ, ਉਹਨੇ ਖਾਲਸਾ ਇਹ ਕੀ ਕਰਦੇ ਪਏ ਹੋ? ਹਾਂਜੀ, ਹੁਣ ਤੇ ਤੁਸੀਂ ਮੈਨੂੰ ਜਰਗਮਲਾਜ ਲਾ ਕੇ ਮੁੰਡੇ ਤੋਂ ਤੁਸੀਂ $1,00,000 ਲਿੱਤਾ ਹੈ। ਉਹ ਕਹਿੰਦਾ ਹੈ ਕਿ बाबा ये हमारा और तुम्हारा मामला था और नमाज जो है वो मेरा अल्लाह का मामला है। ਤੁਸੀਂ ਸਮਝੋ? ਮੈਂ ਸਮਝ ਗਿਆ ਕੀ ਹਾਲ ਹੈ ਸਾਡਾ ਜੀ। ਅੱਛਾ ਇਹ ਦੱਸੋ, ਅਸੀਂ ਨੌਸਰਬਾਜ਼ੀ ਕਰਨੇ ਪਏ ਆ। ਅੱਛਾ ਇਹ ਤੇ ਸਾਰਿਆਂ ਨੂੰ ਪਤਾ, ਇਹ ਤੇ ਇਸੇ ਚੀਜ਼ ਦੀ ਤੇ ਕੌਮ ਨੂੰ ਵੀ ਸਜ਼ਾ ਮਿਲਦੀ ਪਈ ਹੈ ਨਾ। ਇਹ ਤੇ ਨਹੀਂ ਕਿ ਸਜ਼ਾ, ਦੇਖੋ ਮੈਂ ਤੁਹਾਨੂੰ ਦੱਸਾਂ, ਇਹ ਹੋ ਨਹੀਂ ਸਕਦਾ ਕਿ ਤੁਸੀਂ ਗਲਤੀ ਨਾ ਕਰੋ ਤੇ ਐਵੇਂ ਸਜ਼ਾ ਨਹੀਂ ਮਿਲਦੀ। ਅੱਲਾ ਵੀ ਐਵੇਂ ਕਿਸੇ ਨੂੰ ਸਜ਼ਾ ਨਹੀਂ ਦਿੰਦਾ ਨਾ। ਐਗਜ਼ੈਕਟਲੀ, ਅੱਲਾ ਕਿਤੇ ਸੁੱਤਾ ਨਹੀਂ ਹੋਇਆ। ਆ ਤੇ ਕੋਈ ਨਾ ਕੋਈ ਸਾਰੇ ਮੌਲਵੀ ਨੇ ਰਲ ਕੇ ਸਾਡਾ ਈਮਾਨ ਹੀ ਤਬਾਹ ਕਰ ਦਿੱਤਾ ਹੈ। ਪਰ ਉਹ ਮੌਲਵੀ ਫਜ਼ਲ ਵੀ ਆਵੇਗਾ ਨਾ। ਨਹੀਂ, ਫਜ਼ਲ ਰਹਿਮਾਨ ਕਹਿੰਦਾ ਮੈਂ ਤੇ ਬੜਾ ਆਪਣਾ ਖਿਦਮਤ ਕੀਤੀ ਇਸਲਾਮ ਦੀ। ਉਹ ਤਾਂ ਸਭ ਤੋਂ ਵੱਡਾ ਮੁਨਾਫਿਕ ਹੈ। ਮੈਂ ਤੁਹਾਨੂੰ ਮੌਲਵੀ ਕਹਿੰਦਾ ਹੀ ਨਹੀਂ। ਮੈਂ ਤੇ ਕਹਿੰਦਾ ਮੁਨਾਫਿਕ ਫਜ਼ਲ ਰਹਿਮਾਨ ਹੈ ਕਿ ਹੁਣੇ ਤੇ 6 ਮਹੀਨੇ ਪਹਿਲੇ ਤੇ ਲੌਂਗ ਮਾਰਚ ਕਰਦਾ ਪਿਆ ਸੀ ਕਿ ਜੀ ਮਹਿੰਗਾਈ ਹੋ ਗਈ ਹੈ ਕਿ ₹5 ਪੈਟਰੋਲ ਵੱਧ ਗਿਆ, ₹10। ਤੇ ਹੁਣ ਉਹ ਚੁੱਪ ਕਰਕੇ ਬੈਠਾ ਕਿਉਂਕਿ ਪੁੱਤਰ ਉਹਦੇ ਪਾਰਲੀਮੈਂਟ ਚ ਤਨਖਾਹ ਲੱਗੀ ਹੈ ਤੇ ਉਹਦੇ। ਅੱਛਾ ਥੋੜਾ ਜਿਹਾ ਇਹ ਦੱਸੋ ਕਿ ਹੁਣ ਕਿਸ ਤਰ੍ਹਾਂ ਸਹੀ ਹੋਏਗਾ ਪਾਕਿਸਤਾਨ, ਕਿਉਂਕਿ ਬੇੜਾ ਗਰਕ ਤੇ ਹੋਇਆ ਦਾ। ਤੁਸੀਂ ਸਿੱਧਾ ਲਫ਼ਜ਼ਾਂ 'ਚ ਕਿਹਾ ਤੇ ਇਹੀ ਲਫ਼ਜ਼ ਮਿਲਦੇ ਨੇ ਨਾ ਜੀ। ਅੱਛਾ ਇਹਦਾ ਹੁਣ ਮੈਂ ਹੱਲ ਦੱਸਾਂ ਕਿਉਂਕਿ ਟਾਈਮ ਬੜਾ ਘੱਟ ਗਿਆ, ਟਾਈਮ ਖਤਮ ਹੋ ਜਾਏਗਾ। ਹਾਂਜੀ, ਇਹਦਾ ਹੱਲ ਜਿਹੜਾ ਹੈ ਨਾ ਜੀ, ਉਹ ਜੋ ਤੁਸੀਂ ਕਰਦੇ ਪਏ ਹੋ ਨਾ, ਵਾਜਾ ਵਜਾਤਾ ਹੈ। ਜੋ ਇਮਰਾਨ ਖਾਨ ਨੇ ਜੋ ਸਭ ਤੋਂ ਨੇਕ ਕੰਮ ਕੀਤਾ ਨਾ ਜੀ, ਸਭ ਬਾਕੀ ਗਲਤੀਆਂ ਵੀ ਉਹਨੇ ਬੜੀਆਂ ਕੀਤੀਆਂ। ਹਾਂਜੀ, ਉਹਦੀ ਜੇ ਆਪ ਇਮਾਨਦਾਰ ਹੈ ਤੇ ਉਹਦੀ ਅੱਧੀ ਟੀਮ ਜਿਹੜੀ ਹੈ ਨਾ 50% ਉਹ ਮੁਨਾਫਿਕ ਨੇ, ਉਹ ਕਰਪਟ ਕਰੇਗੇ ਨੇ, ਉਹ ਆਪਣੇ ਪੈਸੇ ਬਣਾਉਣ ਆਏ ਨੇ। 50% ਮੇਰਾ ਖਿਆਲ ਜ਼ਿਆਦਾ ਜਿਹੜੇ ਨੇ ਮੁਨਾਫਿਕ ਨੇ ਉਹਦੇ ਨਾਲ ਜ਼ਿਆਦਾ। ਲੇਕਿਨ ਜੋ ਸਭ ਤੋਂ ਨੇਕ ਕੰਮ ਉਹਨੇ ਕੀਤਾ ਨਾ ਜੀ, ਜਿਹਦਾ ਮੈਂ ਦਿਲ ਤੋਂ ਦੁਆ ਨਿਕਲਦੀ ਹੈ ਉਹਦੇ ਲਈ, ਉਹ ਉਹਨੇ ਵਾਜਾ ਵਜਾਤਾ। ਇਹਨਾਂ ਨੂੰ ਉਹਨੇ ਵਾਜਾ ਵਜਾਇਆ ਨਾ। ਹਾਂ ਬਿਲਕੁਲ। ਉਹ ਕਿਉਂਕਿ ਇਹ 75 ਸਾਲ ਹੀ ਕਰਦੇ ਰਹੇ ਨੇ। ਇਹ ਉਹੀ ਕੀਤਾ ਉਹਨਾਂ ਨੇ ਜੋ ਅੱਜ ਤੋਂ 30 ਸਾਲ ਪਹਿਲੇ ਕੀਤਾ, ਜੋ ਭੁੱਟੇ ਨਾਲ ਕੀਤਾ, ਜੋ ਜ਼ਿਆ ਨਾਲ ਕੀਤਾ, ਜੋ ਮੁਸ਼ਰਫ ਨੇ ਕੀਤਾ। ਲੇਕਿਨ ਉਹਨਾਂ ਦੇ ਦੌਰ ਵਿੱਚ ਵਾਜਾ ਨਹੀਂ ਵੱਜ ਸਕਿਆ। ਇਹਨੇ ਜਿਹੜਾ ਨਾ ਬਾਜਵਾਦੀ ਬੈਂਡ ਵਜਾਤੀ। ਇਹ ਹੋਇਆ, ਇਹ ਨੇਕ ਕੰਮ ਕੀਤਾ। ਹੁਣ ਇਹ ਸਾਡਾ ਕੰਮ ਹੈਗਾ ਜੋ ਫੋਰਨ ਰੈਜ਼ੀਡੈਂਟ ਪਾਕਿਸਤਾਨ ਸਾਰੇ ਜਿਹੜੇ ਬੈਠੇ ਜੇ ਨਾ, ਸਾਨੂੰ ਹਰ ਫੋਰਮ ਤੇ ਬਾਜਾ ਵਜਾਣਾ ਚਾਹੀਦਾ। ਬਹੁਤ ਜ਼ਬਰਦਸਤ ਗੱਲ ਕੀਤੀ। ਯੂਨਾਈਟਿਡ ਨੇਸ਼ਨ ਵਿੱਚ ਕੰਪਲੇਂਟ ਕਰੋ, ਵਰਲਡ ਕੋਰਟ ਵਿੱਚ ਕੰਪਲੇਂਟ ਕਰੋ, ਹਿਊਮਨ ਰਾਈਟ ਕਮਿਸ਼ਨ ਵਿੱਚ ਕੰਪਲੇਂਟ ਕਰੋ, ਪੂਰੀ ਦੁਨੀਆ ਵਿੱਚ ਹਰ
ਫੋਰਮ ਦੇ ਉੱਤੇ ਜਿੱਥੇ ਤੁਸੀਂ ਆਵਾਜ਼ਾਂ ਵਜਾ ਸਕਦੇ ਹੋ ਨਾ, ਉੱਥੇ ਸਾਨੂੰ ਆਵਾਜ਼ਾਂ ਵਜਾਣਾ ਚਾਹੀਦਾ। ਬਹੁਤ ਜ਼ਬਰਦਸਤ ਗੱਲ ਕੀਤੀ ਤੁਸੀਂ, ਇਹ ਮਸ਼ਵਰਾ ਬਹੁਤ ਜ਼ਬਰਦਸਤ ਹੈ, ਕਿਉਂਕਿ ਇਹਦੇ ਬਗੈਰ ਜਿਹੜਾ ਇਹ ਮਸਲਾ ਹੱਲ ਹੁੰਦਾ ਨਜ਼ਰ ਨਹੀਂ ਆ। ਤੁਹਾਡੇ ਨਾਲ ਫਿਰ ਵੀ ਪ੍ਰੋਗਰਾਮ ਕਰਿਆ ਕਰਾਂਗੇ। ਆਪਣਾ ਖਿਆਲ ਰੱਖਣਾ। बहुत शुक्रिया तुसी प्रोग्राम ची हिस्सा लिया। इंशाल्लाह जी, इंशाल्लाह। अल्लाह 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 सदा दे। अल्लाह नाज़रीन, ये बड़ी बात है, वाजा वजा दिता। मकसद ये वा कि एक तो चोर चोर का नारा लग गया, एक सबनों पता लग गया कि ये जिहड़ियां सियासी पार्टियां किहड़ी गेम च सी। काफ़ी वसी इहदे ते गलबात करांगे। जुड़े रहो साडे नाल। अगर तुसीं भी प्रोग्राम च हिस्सा लैना चाहो तो नंबर आ रहा, उत्ते कॉल करो। सबसक्राइब करना ना भुलना।